ਸਤਿ ਸ਼੍ਰੀ ਅਕਾਲ। ਖੁਸ਼ੀਆਂ ਖੇੜੇ ਸਾਡੇ ਵਿੜੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਚਰਚਾ ਕਰ ਰਹੇ ਸੀ ਕਿ ਕਿਸ ਤਰ੍ਹਾਂ ਅਸੀਂ ਸਕਸੈਸ ਨੂੰ ਮੋਨੇਟਰੀ ਟਰਮਸ ਤੋਂ ਬਿਯੋਂਡ ਦੇਖ ਸਕਦੇ ਹਾਂ ਤੇ ਕਿਸ ਤਰ੍ਹਾਂ ਆਪਣੇ ਹੋਰ ਵੀ ਐਸਪੈਕਟਸ ਦੇ ਲਾਈਫ ਨੂੰ ਬਹੁਤ ਹੀ ਚੰਗੇ ਤੇ ਸਕਸੈਸਫੁਲ ਵੇ ਨਾਲ ਲੀਡ ਕਰ ਸਕਦੇ ਹਾਂ। ਤੇ ਅੱਗੇ ਚਰਚਾ ਨੂੰ ਜਾਰੀ ਕਰਨ ਲਈ ਸਾਡੇ ਨਾਲ ਹੈਗੇ ਨੇ ਬੀਕੇ ਅਨੀਤਾ ਦੀਦੀ ਜੀ ਤੇ ਬੀਕੇ ਸਾਹਿਲ ਭਾਈ ਜੀ। ਓਮ ਸ਼ਾਂਤੀ। ਓਮ ਸ਼ਾਂਤੀ। ਆਪ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਆਪਣੀ ਪਿਛਲੀ ਕੜੀ 'ਚ ਗੱਲ ਕੀਤੀ ਬਟ ਇਹਨੂੰ ਹੁਣ ਫਰਦਰ ਲੈਂਦੇ ਹੋਏ ਅਸੀਂ ਇਹ ਗੱਲ ਕਰਦੇ that ਇੱਕ ਫੀਲਿੰਗ ਹੁੰਦੀ ਹੈ ਮੀਨਸ ਇੱਕ ਤਾਂ ਹੁੰਦਾ ਰਿਚ ਐਂਡ ਸੈਟਿਸਫਾਈਡ। ਕਦੇ ਵੀ ਮੈਂ ਇੱਕ ਰਿਚ ਪਰਸਨ ਤੇ ਸੈਟਿਸਫਾਈਡ ਪਰਸਨ ਇੱਕ ਬਹੁਤ ਹੀ ਘੱਟ ਵੇਖਿਆ ਇਸ ਇੰਸਟੀਟਿਊਸ਼ਨ 'ਚ ਮੇਬੀ ਬਟ ਇਸ ਤੋਂ ਬਿਯੋਂਡ ਮੈਂ ਕਦੇ ਵੀ ਕਿਸੇ ਨੂੰ ਨਹੀਂ ਵੇਖਿਆ। ਦੈਨ ਵਾਟ ਡੂ ਯੂ ਮੀਨ ਬਾਏ ਰਿਚ ਐਂਡ ਸੈਟਿਸਫਾਈਡ ਦੀਦੀ? ਦੇਖੋ ਜੀ, ਰਿਚ ਦੁਨੀਆ 'ਚ ਬਹੁਤ ਲੋਕੀ ਹੈਗੇ ਨੇ ਜੀ, ਉਹ ਵੀ ਕੋਈ ਕਰਮਾਂ ਦਾ ਫਲ ਹੈ। ਜੇ ਉਹਨਾਂ ਨੂੰ ਕਿਸੇ ਨੂੰ ਪੈਦਾ ਹੁੰਦੇ ਕਿਸੇ ਨੂੰ ਥੋੜਾ ਮਿਹਨਤ ਕਰਨ ਦੇ ਬਾਅਦ ਇਸ ਸੰਸਾਰ ਦੇ ਸਾਰੇ ਸਾਧਨ ਉਪਲਬਧ ਹੋ ਗਏ, ਇਹੋ ਜਿਹੇ ਲੋਕਾਂ ਨੂੰ ਵੀ ਕਹਿੰਦੇ ਆ ਕੋਈ ਮੋਤੀ ਦਾਨ ਕਰਕੇ ਆਏ ਨੇ, ਕੋਈ ਕਰਮਾਂ ਦਾ ਫਲ ਹੈ ਕਿ ਉਹਨਾਂ ਨੇ ਮਾੜਾ ਜਿਹਾ ਐਫਰਟ ਕੀਤਾ ਤੇ ਉਹਨਾਂ ਨੂੰ ਮੋਨੇਟਰੀ ਗੇਨਸ ਬਹੁਤ ਜ਼ਿਆਦਾ ਹੋ ਗਏ। ਪੈਸੇ ਨਾਲ ਕੰਮ ਵੀ ਬਣਦੇ ਨੇ, ਬਿਲਕੁਲ ਬਹੁਤ ਸਾਰੇ, ਬਹੁਤ ਜਗ੍ਹਾ ਤੁਹਾਨੂੰ ਜਗ੍ਹਾ ਵੀ ਮਿਲ ਜਾਂਦੀ, ਇੱਕ ਸਪੇਸ ਮਿਲਦਾ ਹੈ, ਤੁਹਾਨੂੰ ਵੱਡਾ ਮੰਨਿਆ ਜਾਂਦਾ, ਪ੍ਰੈਫਰੈਂਸ ਬਹੁਤ ਮਿਲਦੀ ਹੈ, ਵੱਡੇ ਲੋਕੀ ਨੇ ਜੀ। ਤੇ ਜਿਹੜੇ ਸੋ ਕਾਲਡ ਦੁਨੀਆ ਦੇ ਵੀਆਈਪੀਜ਼ ਨੇ ਵੱਡੇ, ਉਹਨਾਂ ਦੇ ਨਾਲ ਤੁਹਾਡਾ ਉੱਠਣਾ ਬੈਠਣਾ ਆਣਾ ਜਾਣਾ ਹੋ ਜਾਂਦਾ। ਇਹ ਇੱਕ ਪੱਖ ਜ਼ਿੰਦਗੀ ਦਾ ਆਪਾਂ ਮੰਨ ਸਕਦੇ ਹਾਂ। ਪ੍ਰੈਜ਼ੈਂਟ ਟਾਈਮ ਆਪਾਂ ਜਿਹੜੀ ਵੈਲਿਊਜ਼ ਯੂਜ਼ ਕਰ ਰਹੇ ਹੁੰਨੇ ਹਾਂ ਉਹ ਸਾਡੀ ਸਭ ਤੋਂ ਵੱਡੀ ਦੌਲਤ ਬਣ ਜਾਂਦੀ ਹੈ। ਤੇ ਇਸ ਕਰਕੇ ਫੀਲਿੰਗ ਰਿਚ ਮਤਲਬ ਹੈ, ਜੇ ਮੈਥੋਂ ਪੁੱਛੋ ਤੇ ਮੈਂ ਤੇ ਜ਼ਮੀਨ ਤੇ ਸੌਂਦੀ ਝੋਂਪੜੀ 'ਚ ਰਹਿੰਦੀ ਵੀ ਇਹ ਫੀਲ ਕਰਦੀ ਹਾਂ ਕਿ ਦੁਨੀਆ 'ਚ ਸਭ ਤੋਂ ਅਮੀਰ ਮੈਂ ਹੀ ਹੈਗੀ ਆ। ਜਦੋਂ ਮੈਂ ਆਪਣੇ ਪਰਿਵਾਰ ਤੋਂ ਨਿਕਲੀ ਹੈ ਤੇ ਆਪਣੀ ਲਾਈਫ ਡੈਡੀਕੇਟ ਕਰਨ ਵਾਸਤੇ ਤੇ ਉਹ ਫੈਮਿਲੀ ਰਿਚ ਸੀਗੀ, ਲੋਕੀ ਮੈਨੂੰ ਪ੍ਰਿੰਸੈਸ ਮੰਨਦੇ ਸੀ, ਬਹੁਤ ਚੰਗਾ ਰੁਤਬਾ ਸੀਗਾ ਸਾਰੇ ਪਾਸੇ, ਪਰ ਮੈਂ ਅੰਦਰੋਂ ਨੂੰ ਸਮਝਦੀ ਸੀ ਕਿ ਮੈਨੂੰ ਕੁਝ ਹੋਰ ਚਾਹੀਦਾ। ਮੈਂ ਇਹਨਾਂ ਚੀਜ਼ਾਂ ਵਾਸਤੇ ਪੈਦਾ ਨਹੀਂ ਹੋਈ। ਮੈਂ ਇਹ ਸੋਚ ਕੇ ਘਰੋਂ ਨਿਕਲੀ ਸੀ ਕਿ ਆਪਾਂ ਜੰਗਲਾਂ 'ਚ ਰਵਾਂਗੇ, ਝੋਂਪੜੀਆਂ 'ਚ ਜ਼ਮੀਨ ਤੇ ਸੋਵਾਂਗੇ, ਰੁੱਖੀ ਸੁੱਖੀ ਖਾਵਾਂਗੇ। ਤੇ ਉਹ ਮੈਨੂੰ ਏਦਾਂ ਫੀਲ ਹੁੰਦਾ ਸੀ ਕਿ ਮੈਂ ਬਹੁਤ ਵੱਡੀ ਅਮੀਰੀ ਵੱਲ ਜਾ ਰਹੀ ਹਾਂ, ਕਿਉਂਕਿ ਉੱਥੇ ਮੈਨੂੰ ਸਪਿਰਿਚੁਅਲ ਵੈਲਿਊਜ਼ ਤੇ ਸਪਿਰਿਚੁਅਲ ਬਲਿਸ ਫੀਲ ਹੋ ਰਿਹਾ ਸੀ। ਉਹ ਪਰਮਾਤਮਾ ਦਾ ਇੱਕ ਮਿਹਰ ਸੋਚੋ ਮੈਨੂੰ ਫੀਲ ਹੁੰਦੀ ਸੀ। ਤੇ ਉਹਦੇ ਬਾਅਦ ਜਦੋਂ ਇਸ ਲਾਈਫ ਸਟਾਈਲ 'ਚ ਆ ਗਏ ਤੇ ਇੱਥੇ ਆ ਕੇ ਸਾਨੂੰ ਉਹ ਜੰਗਲ ਤੇ ਉਹ ਝੁੰਪੜੀਆਂ ਤੇ ਨਹੀਂ ਮਿਲੀਆਂ, ਰਹਿਣ ਖਾਣ ਦੇ ਠੀਕ ਮੀਨਸ ਮਿਲੇ। ਉਹਦੇ ਬਾਵਜੂਦ ਵੀ ਜੇ ਮੈਂ ਇਸ ਜਰਨੀ ਨੂੰ ਆਬਜ਼ਰਵ ਕਰਾਂ, ਇਹ ਮੇਰੀ 30-35 ਸਾਲਾਂ ਦੀ ਜਿਹੜੀ ਜਰਨੀ ਹੈ, ਮੇਰੇ ਅੱਗੇ ਸਭ ਤਰ੍ਹਾਂ ਦੇ ਲੋਕੀ ਆਏ ਹੋਣੇ ਹੈ। ਗਰੀਬ ਤੋਂ ਗਰੀਬ ਨਾਲ ਵੀ ਮਿਲੀਆਂ, ਉਹਨਾਂ ਦੀ ਵੀ ਸੇਵਾ ਕੀਤੀ ਹੈਗੀ ਹੈ, ਤੇ ਵੱਡੇ ਤੋਂ ਵੱਡੇ ਜਿਹੜੇ ਸੋ ਕਾਲਡ ਰਿਚੈਸਟ ਵੀ ਕਹੇ ਜਾਂਦੇ ਨੇ ਉਹਨਾਂ ਨਾਲ ਵੀ ਮਿਲੀ ਹਾਂ। ਤੇ ਅੱਜ ਤੱਕ ਦਾ ਮੇਰਾ ਐਕਸਪੀਰੀਅੰਸ ਇਹੀ ਹੈ ਕਿ ਮੈਂ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਅਮੀਰ, ਰਿਚ, ਫੁਲਫਿਲਡ ਇਨਸਾਈਡ, ਅੰਦਰੋਂ ਰੱਜੀ ਹੋਈ ਆਪਣੇ ਆਪ ਨੂੰ ਮਹਿਸੂਸ ਕਰਦੀ ਹਾਂ। ਇੱਕ ਰੱਜੀ ਨੀਅਤ ਹੁੰਦੀ ਹੈ ਨਾ, ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ। ਤੇ ਜਿੱਥੇ ਵੀ ਮੈਂ ਹੁੰਨੀ ਹਾਂ, ਜਿਹੜਾ ਵੀ ਸਾਹਮਣੇ ਆ ਜਾਏ ਇਹੀ ਲੱਗਦਾ ਇਹਨੂੰ ਕੁਝ ਇਹੋ ਜਿਹੀ ਚੀਜ਼ ਦੇ ਦੇਵਾਂ, ਵਿਚਾਰਾ ਸੁਖੀ ਹੋ ਜਾਏ, ਠੀਕ ਹੋ ਜਾਏ। ਏਦਾਂ ਦੀ ਫੀਲਿੰਗ ਕਦੇ ਵੀ ਨਹੀਂ ਲੱਗਿਆ ਕਿ ਮੈਨੂੰ ਹੋਰ ਚਾਹੀਦਾ ਹੈ, ਕਿਉਂਕਿ ਇੱਕ ਰਾਈਟ ਟਾਈਮ ਤੇ ਆਪਾਂ ਇੱਕ ਰਾਈਟ ਬੈਲੈਂਸ ਕ੍ਰੀਏਟ ਕਰ ਲਿਆ ਸੀ ਕਿ ਪੜ੍ਹਨਾ ਲਿਖਣਾ ਵੀ ਹੈ, ਦੁਨੀਆ ਦੇ 4 ਸਾਧਨ ਹੈਗੇ ਆ, ਕੋਈ ਗੱਲ ਨਹੀਂ, ਸਾਡੇ ਆਸ਼ਰਮ ਠੀਕ ਠਾਕ ਹੁੰਦੇ ਨੇ, ਅਸੀਂ ਜੰਗਲਾਂ 'ਚ ਤੇ ਰਹਿੰਦੇ ਨਹੀਂ, ਖਾਣ ਪੀਣ ਰਹਿਣ ਨੂੰ ਆਪਣੇ ਕੋਲ ਹੁੰਦਾ ਹੈ। ਉਹਦੇ ਬਾਵਜੂਦ ਵੀ ਇੱਕ ਇੰਟਰਨਲ ਬੈਲੈਂਸ ਹੈ ਕਿ ਅਸੀਂ ਦਿਨ ਰਾਤ ਵੈਲਿਊਜ਼ ਦੀ ਪ੍ਰੈਕਟਿਸ ਕਰਦੇ ਹਾਂ, ਦਿਨ ਰਾਤ ਜਿਹੜਾ ਸਾਹਮਣੇ ਆ ਜਾਵੇ ਇੱਕ ਦੇਣ ਦਾ ਭਾਵ ਰੱਖਦੇ ਹਾਂ, ਬਿਲਕੁਲ ਉਹਨੂੰ ਸੁਖੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਦੀ ਗਲਤੀਆਂ ਤੇ ਬਦਲਾ ਨਹੀਂ ਲੈਂਦੇ। ਜੇ ਵੈਲਿਊਜ਼ ਪ੍ਰੈਕਟਿਸ ਕੀਤੀਆਂ ਨੇ ਤੇ ਅੱਜ ਇੱਕ ਅੰਨਾ ਵਿਸ਼ਵਾਸ ਹੋ ਗਿਆ ਹੈ ਸਾਨੂੰ ਕਿ ਜ਼ਿੰਦਗੀ ਦੇ ਕੋਈ ਮੌਕੇ ਆ ਜਾਣ, ਵੱਡੇ ਤੋਂ ਵੱਡੇ ਖਰਾਬ ਦੁਨੀਆ 'ਚ ਅਕਾਲ ਪੈ ਜਾਏ, ਦੁਨੀਆ 'ਚ ਕਰੋਨਾ ਆ ਜਾਏ, ਜੋ ਮਰਜ਼ੀ ਹੋ ਜਾਏ, ਮੈਂ ਸੇਫ ਹਾਂ, ਕਿਉਂਕਿ ਇੱਕ ਕਰਮਾਂ ਦੀ ਦੌਲਤ ਕਮਾਈ ਹੈ ਤੇ ਉਹਨੇ ਸਾਨੂੰ ਇੱਕ ਕੌਨਫੀਡੈਂਸ ਦਿੱਤਾ ਹੈ। ਉਹ ਮੇਰੀ ਸਭ ਤੋਂ ਵੱਡੀ ਰਿਚਨੈਸ ਹੈ। ਰਾਈਟ।
ਦੀਦੀ ਇਹ ਬਹੁਤ ਹੀ ਸੋਹਣੀ ਐਗਜ਼ਾਮਪਲ ਤੁਸੀਂ ਦਿੱਤੀ ਆਪਣੇ ਆਪ ਦੀ, ਕਿਉਂਕਿ ਇਹ ਫੈਕਟ ਵੀ ਹੈ ਤੇ ਸਾਡੇ ਨਾਲ ਇੱਕ ਐਕਚੁਅਲ ਤੁਹਾਡਾ ਇੱਕ ਫਿਗਰ ਹੈਗਾ ਜਿਸ ਨੇ ਸਾਨੂੰ ਇਹ ਮਹਿਸੂਸ ਕਰਾਇਆ ਕਿ ਤੁਸੀਂ ਜਿਹੜੀ ਗੱਲ ਕੀਤੀ ਇਹ ਬਿਲਕੁਲ ਸਹੀ ਹੈ। ਯੂ ਨੀਡ ਟੂ ਫੀਲ ਫੁਲਫਿਲਡ ਐਂਡ ਰਿਚ, ਜੇ ਉਹ ਹੈਗਾ ਸੈਟਿਸਫੈਕਸ਼ਨ ਤੇ ਰਿਚਨੈਸ ਆਪਣੇ ਆਪ ਹੀ ਆ ਜਾਂਦੀਆਂ ਨੇ। ਤੇ ਭਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਬਾਊਟ ਦਿਸ? ਦੀਦੀ ਨੇ ਉਹੀ ਦੋ ਵਰਡਸ ਯੂਜ਼ ਕੀਤੇ ਬਹੁਤ ਸੋਹਣੇ, ਰੱਜੀ ਹੋਈ ਫੀਲਿੰਗ ਰਾਈਟ and fulfilled. It summarizes everything that how we are to be in our life. ਰਾਈਟ ਸਾਡੇ ਆਸ਼ਰਮ ਤੇ ਇੱਕ ਭਾਈ ਆਉਂਦੇ ਆ ਐਂਡ ਉਹ ਹੁਣ ਗਵਰਨਮੈਂਟ ਜੌਬ ਵਿੱਚ ਰਹੇ all this time, ਤੇ ਹੁਣ ਉਹਨਾਂ ਦੀ ਜੌਬ ਜਿੰਜ ਰਿਟਾਇਰਮੈਂਟ ਹੈਗੀ ਹੈ ਮਾਰਚ ਵਿੱਚ, ਓਕੇ ਬਟ ਅ ਸਿੰਪਲ ਲਾਈਫ, ਰਾਈਟ you know, simple means. ਐਂਡ ਸੋ ਮੈਂ ਸੋਚਿਆ ਹੁਣ ਮੋਸਟਲੀ ਅੱਜ ਕੱਲ੍ਹ ਦੀਦੀ ਰਿਟਾਇਰਮੈਂਟ ਦੇ ਬਾਅਦ ਵੀ ਲੱਭਦੇ ਮੈਂ ਇਹ ਕਰਾਂਗਾ ਮੈਂ ਉਹ ਕਰਾਂਗਾ, ਪੀਪਲ ਟੈਲ ਯੂ ਕਿ ਰਿਟਾਇਰਮੈਂਟ ਦੇ ਬਾਅਦ ਵਿਹਲੇ ਨਾ ਰਹਿਣਾ। ਤਾਂ ਮੈਂ ਵੀ ਉਹਨਾਂ ਨੂੰ ਪੁੱਛਿਆ ਜੀ ਤੁਹਾਡੀ ਮਾਰਚ ਵਿੱਚ ਰਿਟਾਇਰਮੈਂਟ ਹੈ, ਕੀ ਪਲਾਨ ਹੈ ਇਹਦੇ ਬਾਅਦ, ਕੀ ਕਰੋਗੇ? ਜੀ ਆਈ ਥਾਟ ਸਮਥਿੰਗ he'll have in his mind. ਤੇ ਉਹ ਆਪਣੇ ਸਕੂਟਰ ਤੇ ਹੀ ਬੈਠੇ ਸੀ ਉਸ ਵੇਲੇ ਜਦ ਮੈਂ ਪੁੱਛਿਆ ਉਹਨਾਂ ਨੂੰ, ਕਹਿੰਦਾ ਬਹੁਤ ਬੜੀਆ, ਮੈਂ ਤਾਂ ਬਹੁਤ ਖੁਸ਼ ਹਾਂ, ਇੰਨੀ ਵਧੀਆ ਮੇਰੀ ਲਾਈਫ ਗਈ ਹੈ, ਮੇਰੇ ਮੁੰਡੇ ਤਿੰਨੋਂ ਕੰਮ ਕਰ ਰਹੇ, ਠੀਕ ਹੈ ਨਾ, ਮੈਨੂੰ ਕੁਝ ਪੈਨਸ਼ਨ ਵੀ ਆਣੀ ਹੈ, ਮੈਨੂੰ ਤੇ ਹੋਰ ਕੁਝ ਚਾਹੀਦਾ ਹੀ ਨਹੀਂ ਹੈ, ਮੇਰੇ ਕੋਲ ਸਭ ਕੁਝ ਹੈਗਾ। ਐਂਡ ਸੋ ਹੀ ਇਜ਼ ਰਿਚ ਐਂਡ ਹੀ ਇਜ਼ ਸੈਟਿਸਫਾਈਡ। ਐਂਡ ਵਾਈ ਹੀ ਇਜ਼ ਰਿਚ? ਕਿਉਂਕਿ ਉਹਨਾਂ ਦੇ ਜਿਹੜੇ ਖਰਚੇ ਹੈ ਉਹਨਾਂ ਦੀ ਇਨਕਮ ਤੋਂ ਘੱਟ ਗਏ। So you will meet so many people. See, it's good to be rich actually. Why should you not be rich? Right. जिन दीदी ने भी किया, with richness you can enjoy, you can have a more comfortable life. Right. You can do more for others also. Luxury is beautiful. Yeah. ਰਿਚਨੈਸ ਦਰਅਸਲ ਇੱਕ ਫੀਲਿੰਗ ਹੈ ਕਿ ਜਿੰਨਾ ਤੁਹਾਡੇ ਕੋਲ ਹੈਗਾ ਹੈ ਤੁਹਾਡੇ ਖਰਚੇ ਉਤੋਂ ਘੱਟ ਨੇ, ਤੁਸੀਂ ਹਮੇਸ਼ਾ ਰਿਚ ਫੀਲ You will ਕਰੋਗੇ। always feel ਰਾਈਟ, rich. ਆਪਣੀ ਚਾਦਰ ਵੇਖ ਕੇ ਜੇ ਅਸੀਂ ਪੈਰ ਪਸਾਰੇ ਤਾਂ Yes. ਆਟੋਮੈਟਿਕਲੀ ਵੀਲ ਬੀ ਇਨ ਅ ਵੈਰੀ ਗੁੱਡ ਸਟੇਟ ਆਫ ਲਾਈਫ। Yes, and there is this other types of people, full of us, so many of Yes. us, where any assets है, any jewelry है, सारा कुछ है, but all the time mind 'ਚ ਇਹੀ feeling ਹੈ ਕਿ ਮੇਰੇ ਕੋਲ ਇਹ ਚੀਜ਼ ਨਹੀਂ ਹੈ, ਨਹੀਂ ਹੈ, ਚਾਹ ਮੇਰੇ ਕੋਲ ਇਹ ਵਾਂਟਿੰਗ ਵੀ ਚੀਜ਼ ਮੋਰ ਮਿਲ ਵਾਲੀ ਜਾਏ। ਫੀਲਿੰਗ ਉਹ ਤਾਂ ਗਰੀਬ ਹੋ ਗਏ ਬਹੁਤ। ਹਾਂ, ਆਪਣੇ ਬ੍ਰਦਰ ਸਿਸਟਰਸ ਵਿੱਚ ਕਿੰਨੀ ਲੜਾਈਆਂ ਹੈ ਫॉर ਪ੍ਰੋਪਰਟੀ, ਅੱਜ ਕੱਲ੍ਹ ਕਿੰਨੇ ਜ਼ਿਆਦਾ ਕੇਸਸ ਵੱਧ ਗਏ ਹੈ। ਸੋ what's the use of all that property if you can't just be and enjoy what you have, if you can't see what you already have? ਰਾਈਟ, ਬਟ ਕਮਿੰਗ ਬੈਕ ਟੂ ਯੋਰ ਐਗਜ਼ਾਮਪਲ, ਤੁਸੀਂ ਕਿਹਾ ਕਿ ਉਹ ਜਿਹੜੇ ਭਾਈ ਜੀ ਹੈਗੇ ਹੈ, you said he is having a very good, very rich life, he's very happy with his life and satisfied, you use the word satisfied. You mentioned that ਉਹਨਾਂ ਦੇ 3 ਮੁੰਡੇ ਨੇ, ਤਿੰਨੋਂ ਕੰਮ ਕਰ ਰਹੇ ਨੇ, but ਇੱਕ ਟੈਕਨੀਕਲ ਸਿਚੁਏਸ਼ਨ ਜਾਂ ਇੱਕ ਨਾਰਮਲ ਸਿਚੁਏਸ਼ਨ ਵਿੱਚ ਜੇ ਅਸੀਂ ਵੇਖੀਏ, do you think he would still be satisfied if his situation was a bit different? ਫੋਰ ਐਗਜ਼ਾਮਪਲ, ਜੇ ਉਹਨਾਂ ਦੇ ਤਿੰਨੋਂ ਮੁੰਡੇ ਜਿਹੜੇ ਕੰਮ ਕਰ ਰਹੇ ਨੇ, ਜੇ ਉਹਨਾਂ ਵਿੱਚੋਂ ਇੱਕ ਇਹੋ ਜਿਹਾ ਹੁੰਦਾ ਜਿਹੜਾ ਜੌਬ ਨਹੀਂ ਕਰ ਰਿਹਾ ਹੁੰਦਾ ਜਾਂ ਵੁੱਡ ਨਾਟ ਹੈਵ ਬੀਨ ਸੈਟਲਡ ਫਾਈਨੈਂਸ਼ੀਅਲੀ, ਡੂ ਯੂ ਥਿੰਕ ਬੀਇੰਗ ਅ ਫਾਦਰ ਉਹਨਾਂ ਦੀ ਸਿਚੁਏਸ਼ਨ ਇੰਨੀ ਹੀ ਸੈਟਿਸਫੈਕਟਰੀ ਹੁੰਦੀ? ਅਸੀਂ ਸਮਝਦੇ ਹਾਂ ਜੇ ਤਿੰਨੋਂ ਵੀ ਕੰਮ ਨਾ ਕਰਦੇ ਹੁੰਦੇ ਤਾਂ ਵੀ ਸੈਟੀਸਫੈਕਟਰੀ ਹੋ ਸਕਦੀ ਸੀ। ਦੂਜੀ ਗੱਲ, ਜੇ ਉਹਨਾਂ ਨੂੰ ਮੋਨੇਟਰੀ ਕਿਤੇ ਲੈਕਿੰਗ ਲੱਗਦੀ ਤੇ ਹੋਰ ਕੰਮ ਵੀ ਕਰ ਸਕਦੇ ਸੀ। ਕੰਮ ਕਰਨਾ ਮਾੜੀ ਗੱਲ ਨਹੀਂ ਹੈ, ਜੇ ਹੋਰ ਤੁਹਾਡੇ ਘਰ 'ਚ ਕੋਈ ਪ੍ਰੋਬਲਮ ਹੈ ਉਹਨੂੰ ਮੈਨੇਜ ਕਰਨਾ ਮਾੜੀ ਗੱਲ ਨਹੀਂ ਹੈ। ਇਟ ਡਿਪੈਂਡਸ ਕਿ ਤੁਸੀਂ ਇੱਥੇ ਕੀ ਸੋਚਦੇ ਹੋ। ਰਾਈਟ, ਕਿ ਹਾਈ ਹੈਗਾ ਨਹੀਂ ਇਹ ਸੋਚਦੇ ਹੋ ਜਾਂ ਉਹ ਠੀਕ ਹੋ ਜਾਏਗਾ, ਰੱਬ ਸਾਡੇ ਨਾਲ ਹੈ। ਤੇ ਫੀਲਿੰਗ ਡਿਪੈਂਡ ਕਰਦੀ ਹੈ ਕਿ ਅੰਦਰ ਤੁਸੀਂ ਕਿੰਨਾ ਭਰੇ ਹੋ, ਅੰਦਰੋਂ ਕਿੰਨੇ ਖਾਲੀ ਹੈਗੇ ਹੋ, ਉਹਦੇ ਨਾਲ ਲਿੰਕ ਹੈਗਾ। ਕੰਮ ਕਰਨਾ ਨਾ ਕਰਨਾ, ਹੋਰ ਕਮਾਣਾ ਨਾ ਕਮਾਣਾ, ਇਹ ਮੈਟਰ ਨਹੀਂ ਕਰਦਾ। ਬਿਲਕੁਲ, ਬਟ ਜਿੱਦਾਂ ਵੀ ਸਟਾਰਟਡ ਵਿਦ ਦੈਟ ਬੀਇੰਗ ਰਿਚ ਇਜ਼ ਅ ਗੁੱਡ ਥਿੰਗ, ਇਟਸ ਨਾਟ ਬੈਡ। ਤੇ ਅੱਜ ਕੱਲ੍ਹ ਇੱਕ ਮੈਂ ਇੰਸਟਾਗ੍ਰਾਮ 'ਤੇ ਰੀਸੈਂਟ ਇੱਕ ਕੋਟੇਸ਼ਨ ਵੇਖੀ, ਇਟ ਵਾਜ਼ ਵੈਰੀ ਫਨੀ। ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਜਦੋਂ ਮੈਂ ਸਕੂਲ 'ਚ ਸੀਗੀ, ਵੈਨ ਆਈ ਵਾਜ਼ ਇਨ ਮਾਈ ਸਕੂਲ, ਆਈ ਯੂਜ਼ ਟੂ ਡਿਬੇਟ ਦੈਟ ਐਜੂਕੇਸ਼ਨ ਇਜ਼ ਬੈਟਰ ਦੈਨ ਮਨੀ, ਐਂਡ ਨੀਚੇ ਥੱਲੇ ਉਹਦੇ ਲਿਖਿਆ ਹੋਇਆ ਸੀ, ਆਈ ਐਮ ਸੌਰੀ ਮਨੀ ਪਲੀਜ਼, ਆਈ ਵਾਜ਼ ਅ ਚਾਈਲਡ, ਡੋਂਟ ਮਾਈਂਡ ਮੀ। ਮੀਨਸ ਤੁਸੀਂ ਵੇਖ ਰਹੇ ਹੋ ਕਿ ਅੱਜ ਕੱਲ੍ਹ ਦੇ ਲੋਕਾਂ ਲਈ ਮੋਨੇਟਰੀ ਅਪਲਿਫਟਡ ਹੋਣਾ ਕਿੰਨਾ ਜ਼ਿਆਦਾ ਮੈਟਰ ਕਰ ਰਿਹਾ ਹੈ। ਜਿਹੜਾ ਪੈਸਾ ਹੈ ਉਹ ਸਭ ਕੁਛ ਨਹੀਂ ਹੈ, ਬਟ ਸਭ ਕੁਛ ਤੋਂ ਘੱਟ ਵੀ ਨਹੀਂ ਹੈ, ਯੂ ਨੋ। ਦੈਨ ਹਾਊ ਡੂ ਵੀ ਟੇਕ ਦਿਸ ਇਨ ਅ ਮੈਨਰ ਆਫ ਸਪੀਕਿੰਗ?
ਐਕਚੁਅਲੀ ਜੋ ਅਸੀਂ ਇਹ ਬ੍ਰਦਰ ਦੀ ਗੱਲ ਕਰ ਰਹੇ ਸੀਗੇ, ਜੀ ਉਹਨਾਂ ਦੇ ਬੱਚੇ ਕੋਈ ਹਾਈ ਵੈਲ ਟੂ ਡੂ ਇੰਨੇ ਨਹੀਂ ਹੈਗੇ, ਬਹੁਤ ਸਿੰਪਲ ਕੰਮ ਕਰ ਰਹੇ ਆ। ਇਹਨਾਂ ਦੀ ਵੀ ਜੌਬ ਸਿੰਪਲ ਸੀਗੀ, ਬਟ ਦ ਸੈਂਸ ਆਫ ਸੈਟੀਸਫੈਕਸ਼ਨ, ਜਿਨ ਦੀਦੀ ਨੇ ਕਿਹਾ, ਜੇ ਉਹ ਤਿੰਨੋਂ ਸੈਟਲਡ ਨਾ ਵੀ ਹੁੰਦੇ। ਸੋ ਯੈਸਟਰਡੇ ਦ ਸੇਮ ਲੇਡੀ ਵਿਚ ਆਈ ਟੋਲਡ ਯੂ ਅਬਾਊਟ ਅਰਲੀਅਰ, ਯੈਸ ਤੋ she said that my one son is not settled. ਤੇ ਮੈਂ ਉਹਨੂੰ ਆਈਡੀਆ ਦੇਣੀ ਆ, ਤੂੰ ਇਹ ਕਰ ਲੈ, ਇਹ ਕਰ ਲੈ। he is 22 24 and by 24 also people are very ambitious nowadays. yes so 24-year-old son tells his mother ਕਿ ਜੇ ਮੈਂ ਖੁਸ਼ ਆ ਨਾ, ਮੈਂ ਕੁਝ ਵਧੀਆ ਕਰ ਵੀ ਲਵਾਂਗਾ ਜੀਵਨ 'ਚ, ਪਰ ਜੇ ਮੈਂ ਖੁਸ਼ ਨਹੀਂ ਆ ਤੇ ਮੈਂ ਅਚੀਵ ਵੀ ਬਹੁਤਾ ਨਹੀਂ ਕਰ ਸਕਦਾ। so I am happy where I am. everything will turn out fine. we are in the right place at the right time doing the right thing. ਸਾਰਾ ਟਾਈਮ ਜੇ ਸਾਡਾ ਮਾਈਂਡ ਫਿਊਚਰ 'ਚ ਭੱਜੀ ਜਾਏਗਾ ਜਾਂ ਪਾਸਟ ਵਿੱਚ ਰਹੇਗਾ, that feeling of being rich and satisfied will not come, irrespective of how much you have. I think I can relate with this example as well. I mean, मैं 29 years ਦੀ ਹੈਗੀ ਹਾਂ. I finished my education at 27. Given the time, ਮੈਨੂੰ ਇਹ feel ਹੁੰਦਾ that I have not done enough. ਪਹਿਲਾਂ ਲੱਗਦਾ ਸੀ actually that I have not done enough as much as other people have around me, ਮੇਰੀ age group ਤੇ. But now, being more satisfied and rich inside, I feel I'm doing the right thing. I am at a very right track and I feel more happy, more contented. And as ਇੱਦਾਂ ਦੀ ਗੱਲ ਨਹੀਂ ਕਿ ਮੇਰੇ ਵਿੱਚ ambition lack ਕਰ ਰਿਹਾ। I am ambitious, I'm doing my work and I have balanced it ਉਸ ਵੇ ਨਾਲ and I'm trying to do it more. ਇੱਦਾਂ ਨਹੀਂ ਕਿ achieve ਕਰ ਲਿਆ ਸਭ ਕੁਝ of course, but I am trying to keep it on the right track. ਲੋਕਾਂ ਦੀ ਗਰੀਬੀ ਦਾ ਵੱਡਾ ਰੀਜ਼ਨ ਜਿਹੜਾ ਹੈ ਉਹ ਕੰਪੈਰੀਜ਼ਨ ਵੀ ਹੈਗਾ। ਬਿਲਕੁਲ ਬਿਲਕੁਲ, ਇਹ ਗੱਲ ਤਾਂ ਹੈ। ਦੂਜੇ ਦੀ ਥਾਲੀ 'ਚ ਖੀਰ ਜ਼ਿਆਦਾ ਦਿਖਦੀ ਹਮੇਸ਼ਾ ਤੇ ਦੂਜਿਆਂ ਨੂੰ ਵੇਖਣ ਦੀ ਆਦਤ ਜੇ ਬੰਦ ਕਰ ਲਓ ਤੇ ਤੁਹਾਡੇ ਵਰਗਾ ਅਮੀਰ ਕੋਈ ਹੈਗਾ ਨਹੀਂ ਹੈ ਜੀ। ਦੂਜਿਆਂ ਨੂੰ ਵੇਖਣਾ ਵੀ ਹੈ ਤੇ ਕਿੱਦਾਂ ਵੇਖਣਾ ਹੈ, ਇਹ ਵੀ ਅੰਦਰ ਇੱਕ ਸਮਝ ਹੋਣੀ ਚਾਹੀਦੀ ਹੈ। ਹਮੇਸ਼ਾ ਇਹ ਵੇਖੋ ਕਿ ਉਹ ਕਿਤੇ ਲੈਕ ਕਰ ਰਹੇ ਨੇ ਤੇ ਮੈਂ ਕਿਤੇ ਹੈਲਪ ਕਰਨੀ ਹੈ। ਜੇ ਤੁਸੀਂ ਏਦਾਂ ਦੀ ਫੀਲਿੰਗ ਨਾਲ ਦੇਖੋਗੇ ਕਿ ਮੈਂ ਸਾਰਿਆਂ ਦੇ ਕੰਮ ਆ ਜਾਵਾਂ, ਇਨਸਾਨੀਅਤ 'ਚ ਅੱਗੇ ਜਾਵਾਂ, ਤੇ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਅੱਗੇ ਫੀਲ ਕਰੋਗੇ। ਚਾਰ ਨੋਟਾਂ ਨਾਲ ਕੀ ਫਰਕ ਪੈਂਦਾ ਜੀ। ਬਟ ਕੀ ਹੁੰਦਾ ਕਿ ਸਾਡੀ ਬਹੁਤ ਸਾਰੀਆਂ ਪ੍ਰੋਬਲਮਸ, ਇਹ ਸਾਡੀ ਬਹੁਤ ਸਾਰੀ ਤੁਸੀਂ ਕਹਿ ਸਕਦੇ ਹੋ ਅਨਸਕਸੈਸਫੁਲ ਜਾਂ ਇਹ ਅਨਰਿਚਨੈਸ ਵਾਲੀ ਜਿਹੜੀ ਫੀਲਿੰਗ ਹੈ, ਇਹਨੂੰ ਅਸੀਂ ਸਿਚੁਏਸ਼ਨ ਦੇ ਉੱਤੇ ਬਹੁਤ ਪਾਉਂਦੇ ਹਾਂ ਕਿ ਮੇਰੀ ਸਿਚੁਏਸ਼ਨ ਨਹੀਂ ਸੀਗੀ ਤਾਂ ਆਈ ਕੁਡਨਟ ਡੂ ਇਟ। ਹਾਊ ਡੂ ਵੀ ਰਿਲੇਟ ਵਿਦ ਦੈਟ ਕਿ ਸਿਚੁਏਸ਼ਨ ਦੇ ਨਾਲ ਇਹ ਚੀਜ਼ ਐਕਚੁਅਲੀ ਇੰਨੀ ਮੈਟਰ ਕਰਦੀ ਹੈ ਕਿ ਨਹੀਂ ਕਰਦੀ? See, actually, we are seeing the whole world out there and so many new things. So if you see, ਸਾਡੀ requirements ਵੀ ਵੱਧਦੀਆਂ ਜਾ ਰਹੀਆਂ because we see technology, we see that, we see ਕਿ ਇਹ ਚੀਜ਼ ਨਾਲ ਮੇਰਾ comfort level ਹੋਰ ਵੱਧ ਜਾਏਗਾ। Right. ਹਾਂ, so even if you're going on a journey, some of us are there, ਸਾਡੀ ਪੈਕਿੰਗ ਹੀ ਨਹੀਂ ਮੁੱਕੇਗੀ। ਇਹ ਵੀ ਲੈ ਲਓ, ਇਹ ਵੀ ਲੈ ਲਓ, ਇਹ ਵੀ ਕੰਮ ਆ ਜਾਣੀ ਚੀਜ਼ ਹੈ, ਇਹਦੇ ਬਿਨਾ ਮੇਰਾ ਕੰਮ ਨਹੀਂ ਚੱਲਣਾ। And there's another class of people, they pack in one shot 5 minutes, they are ready to travel. ਪਹਿਲਾਂ ਨੂੰ ਬੜੀ ਵਾਰ ਦੇਖਿਆ ਕਿ just pack your basic clothes and moving. So ਸਾਡੀ ਸੰਸਥਾ ਦੀ ਬਹੁਤ ਸੁੰਦਰ ਟੀਚਿੰਗ ਹੈਗੀ ਹੈ। ਇਹ ਇੱਕ ਟੀਚਿੰਗ ਜੇ ਅਸੀਂ ਆਪਣੀ ਲਾਈਫ ਵਿੱਚ ਲੈ ਆਉਂਦੇ ਹਾਂ, ਤੁਸੀਂ ਸੋਚ ਲਓ ਕਿ ਰੀਅਲ ਫਾਰਮ 'ਚ ਆਪਣੀ ਲਾਈਫ 'ਚ ਲੈ ਆਉਂਦੇ ਹਾਂ ਤੇ ਸਾਡੀ ਪੂਰੀ ਲਾਈਫ ਇਹਦੇ ਨਾਲ ਲੰਘ ਸਕਦੀ ਹੈ। ਉਹ ਟੀਚਿੰਗ ਹਿੰਦੀ 'ਚ ਹੈਗੀ ਹੈ कि बिकॉज ਅਸੀਂ ਗੱਲ ਕਰ ਰਹੇ ਹਾਂ ਕਿ ਫੋਰਚੂਨੇਟ ਕੌਣ ਹੈ, ਰਿਚ ਕੌਣ ਹੈ, है ना? सो ये टीचिंग साडी हैगी है कि हद की इच्छाओं की अविद्या होना ही महान भाग्यशाली होना है। मतलब आपको चीजें तो हो मगर उन चीजों में आपकी बुद्धि ना जाए, थोड़ी बुद्धि वो चीज़ां च ना जाओ, फिर ਤੁਸੀਂ ਭਾਗਿਆਸ਼ਾਲੀ ਮੰਨੇ ਜਾਂਦੇ ਹੋ ਅਸਲੀ। ਤੇ ਜੇ ਤੁਹਾਡੇ ਕੋਲ ਬਹੁਤ ਕੁਝ ਹੈ but ਫਿਰ ਵੀ ਬੁੱਧੀ ਉਹ ਚੀਜ਼ਾਂ 'ਚ ਰਹੀ ਹੈ ਸਾਰਾ ਟਾਈਮ, then you're like a pauper, you're like a beggar all the time. ਉਹ ਚੀਜ਼ਾਂ ਤੁਹਾਨੂੰ ਰੂਲ ਕਰ ਰਹੀਆਂ ਨੇ। ਚੀਜ਼ਾਂ ਆਈਆਂ, ਖੁਸ਼ ਹੋ ਗਏ, ਚੀਜ਼ਾਂ ਚਲੀਆਂ ਗਈਆਂ, ਤੁਸੀਂ ਦੁਖੀ ਹੋ ਗਏ, ਤੇ ਫਿਰ ਰਾਜਾ ਕੌਣ ਹੋਇਆ? ਉਹ 4 ਪੈਸੇ ਦੀਆਂ ਚੀਜ਼ਾਂ ਤੁਹਾਨੂੰ ਰੂਲ ਕਰ ਜਾਂਦੀਆਂ। ਉਹਨਾਂ ਤੇ ਇਹ ਚਾਹੀਦਾ ਮੈਂ ਬਾਦਸ਼ਾਹ, ਚੀਜ਼ ਆਏ ਆ ਜਾਏ ਮੈਨੂੰ ਫਰਕ ਨਹੀਂ ਪੈਂਦਾ, ਮੇਰੀ ਖੁਸ਼ੀ ਨਾਲ ਚੀਜ਼ਾਂ ਆ ਜਾਂਦੀਆਂ, ਮੇਰੀ ਖੁਸ਼ੀ ਨਾਲ ਮੈਂ ਚਾਹਾਂ ਤੇ ਉਹਨੂੰ ਰਿਜੈਕਟ ਕਰ ਸਕਦੀ ਹਾਂ। ਤੇ ਲਗਾਮ ਆਪਣੇ ਹੱਥ ਹੋਣੀ ਚਾਹੀਦੀ ਹੈ। ਬਿਲਕੁਲ। ਬਟ ਇੰਨਾ ਸੈਲਫ ਕੰਟਰੋਲ ਹੋਣਾ
ਆਈ ਡੋਂਟ ਥਿੰਕ ਕਿ ਸਾਡਾ ਯੂਥ ਇਸ ਗੱਲ ਨੂੰ ਫੋਲੋ ਵੀ ਕਰੇਗਾ ਜੇ ਉਹ ਇਹ ਗੱਲ ਸੁਣੇਗਾ ਵੀ। ਦਿਲ ਸੇ ਆਈ ਕੈਨ ਨਾਟ ਪ੍ਰੈਕਟਿਸ ਦਿਸ। ਬਟ ਜੇ ਪ੍ਰੈਕਟੀਕਲੀ ਅਸੀਂ ਕਿਸੇ ਨੂੰ ਇਸ ਚੀਜ਼ ਬਾਰੇ ਦੱਸਣਾ ਹੋਵੇ ਦੈਨ ਵਾਟ ਇਜ਼ ਦ ਮੋਸਟ ਬੇਸਿਕ ਥਿੰਗ ਦੇ ਸ਼ੁੱਡ ਨੋ? ਜਿਹੜੇ ਬੋਰਡਿੰਗ ਸਕੂਲਸ ਹੈਗੇ ਨਾ, ਬੋਰਡਿੰਗ ਸਕੂਲਸ ਜਾਂ ਫਿਰ ਇੱਕ ਇਹੋ ਜਿਹੇ ਪੇਰੈਂਟਸ ਹੂ ਅੰਡਰਸਟੈਂਡ ਪੈਰੈਂਟਿੰਗ ਵੈਲ, ਰਾਈਟ, ਦੇ ਗਿਵ ਦਿਸ ਕਾਈਂਡ ਆਫ ਟ੍ਰੇਨਿੰਗ। ਫॉर एग्जांपल ਬੋਰਡਿੰਗ ਵਾਲੇ ਇੱਕ ਤੁਹਾਨੂੰ ਸਪਾਰਟਨ ਲਾਈਫਸਟਾਈਲ ਦਿੰਦੇ ਆ। ਯੈਸ, ਤੁਸੀਂ ਕਿਤੇ ਜਾਣਾ ਹੈ, ਤੁਸੀਂ ਬੱਸ 'ਚ ਵੀ ਜਾਣਾ ਹੈ, ਬੱਸ ਦੀ ਫਲੋਰ ਤੇ ਵੀ ਰਾਤੀ ਲੇਟਣਾ ਹੈ, ਟਰੱਕ ਵਿੱਚ ਵੀ ਜਾਣਾ ਹੈ, ਸਪੋਜ਼ ਟਰੈਕਿੰਗ ਤੇ ਜਾ ਰਹੇ ਹੋ, ਯੈਸ, ਤੁਸੀਂ ਟਰੈਕਿੰਗ ਤੇ ਜਾ ਰਹੇ ਹੋ ਤੇ ਗੁਜਰਾਂ ਦੀ ਹਟਸ ਵਿੱਚ ਜ਼ਮੀਨ ਵਿੱਚ ਗੋਬਰ ਇੱਧਰ ਹੁੰਦੇ ਹੋਏ ਵੀ ਤੁਸੀਂ ਰਹਿਣਾ, ਰਾਈਟ? ਯੈਸ, ਐਂਡ ਪੈਸੇ ਵੀ ਲਿਮਿਟਿਡ ਮਿਲਨੇ ਤੁਹਾਨੂੰ, ਰਾਈਟ, ਅਨਲਿਮਿਟਿਡ ਪੈਸੇ ਵੀ ਨਹੀਂ ਮਿਲਨੇ। ਇੱਕ ਵਾਰ ਅਸੀਂ ਆਪਣੇ ਸਕੂਲ ਛੱਡਣ ਦੇ ਬਾਅਦ ਅਸੀਂ ਫਿਰ ਟਰੈਕਿੰਗ ਤੇ ਗਏ ਤੇ ਮੇਰਾ ਦੋਸਤ ਕਹਿੰਦਾ ਅਸੀਂ ਪੈਸੇ ਵੀ ਲਿਮਿਟਿਡ ਹੀ ਲੈ ਕੇ ਜਾਵਾਂਗੇ। ਤੇ ਮੈਂ ਕਿਹਾ ਅੱਛਾ, ਮੈਂ ਮੰਨ ਗਿਆ ਉਹਦੀ ਗੱਲ। ਤੇ ਉਹਨੇ ਕੁਝ ਖਾਣ ਪੀਣ ਦੀ ਸਪਲਾਈਜ਼ ਲੈ ਲਈਆਂ ਨਾਲ, ਬਦਰੀਨਾਥ, ਤਪੋਵਨ ਉਸ ਸਾਈਡ ਤੇ ਜਾਂਦੇ ਹੋਏ। ਤੇ ਵਾਪਸ ਆਉਂਦੇ ਹੋਏ ਕਰਦੇ ਕਰਦੇ ਐਕਚੁਅਲੀ ਸਾਡੇ ਪੈਸੇ ਮੁੱਕ ਹੀ ਗਏ ਤੇ ਅਸੀਂ ਐਕਚੁਅਲੀ ਜੋ ਆਪਣਾ ਰਾਸ਼ਨ ਸੀਗਾ ਉਹ ਵੇਚ ਕੇ ਆਪਣੀ ਟਿਕਟ ਲਿੱਤੀ ਵਾਪਸ ਆਉਣ ਦੀ, ਰਾਈਟ? ਸੋ ਇਟਸ ਦ ਟ੍ਰੇਨਿੰਗ। ਸੋ when parents know this, ਉਹ ਆਪਣੇ ਬੱਚਿਆਂ ਨੂੰ, ਛੋਟਿਆਂ ਨੂੰ unnecessary gadgets ਨਹੀਂ ਦੇਣਗੇ, ਉਹਨਾਂ ਨੂੰ expose, they won't give them ਖੁੱਲਾ money to do anything. So ਜੇ ਤੁਹਾਡੀ upbringing, ਜਿਵੇਂ ਦੀਦੀ ਨੇ ਕਿਹਾ ਕਿ ਮੈਂ ਆਪਣੇ ਰਿਚ ਖਾਨਦਾਨ ਤੋਂ ਸੀਗੀ ਬਟ ਮੈਨੂੰ ਪੜ੍ਹਤੇ ਵੀ ਰਹਿਣਾ ਆਂਦਾ ਹੈ। ਸੋ ਜੇ ਤੁਹਾਡੀ ਇਹੋ ਜਿਹੀ ਟ੍ਰੇਨਿੰਗ ਹੋਈ ਹੈ, you will happily enjoyfully do it. ਸਾਡਾ ਯੱਗ ਜਦ ਕਰਾਚੀ ਤੋਂ ਆਇਆ ਹੈ, ਸਾਡੇ ਜਿਹੜੇ ਫਾਊਂਡਰ ਬ੍ਰਹਮਾ ਬਾਬਾ, he was very rich, yes, right? He gave a lavish lifestyle to everybody there. ਮੈਂ ਉੱਥੇ ਪਾਕਿਸਤਾਨ ਜਾ ਕੇ ਦੇਖਿਆ ਜਿੱਥੇ ਰਹਿੰਦੇ ਸੀਗੇ, ਕਲਿਫਟਨ ਵਿੱਚ, ਕਰਾਚੀ ਵਿੱਚ। it's like huge, it became embassy ਬਣ ਗਈ ਸੀ ਉਹਦੇ ਬਾਅਦ, ਜਿੱਥੇ ਰਹਿੰਦੀਆਂ ਸੀਗੀਆਂ ਸਾਡੀ ਹੁਣ ਦੀ ਦਾਦੀਆਂ। wow, but he also taught them how to mend your shoes, how to clean utensils, security duty ਦੇਣਾ, ਸਾਰਾ ਕੁਝ ਸਿਖਾਇਆ। So education matters. And whoever is in charge of your education, he must know ਕਿ ਮੈਂ ਦੋਨਾਂ ਚੀਜ਼ਾਂ ਵਾਸਤੇ ਟ੍ਰੇਨ ਕਰਨਾ ਹੈ, so that ultimately ਜੋ ਦੀਦੀ ਨੇ ਗੱਲ ਕਹੀ, ਮੇਰੀ ਨਜ਼ਰ ਨਹੀਂ ਡੁੱਬਦੀ ਕਿਸੇ ਚੀਜ਼। ਰਾਈਟ, ਬਿਲਕੁਲ। ਆਈ ਗੈਸ ਜਿੱਦਾਂ ਤੁਸੀਂ ਕਿਹਾ ਕਿ ਪੈਰੈਂਟਿੰਗ ਬਹੁਤ ਜ਼ਿਆਦਾ ਮੈਟਰ ਕਰਦੀ ਹੈ, ਜੇ ਕੋਈ ਜੈਨੂਅਲੀ ਇਸ ਤਰ੍ਹਾਂ ਨਾਲ ਟ੍ਰੇਨਡ ਹੋਵੇ, ਮੀਨਸ ਸਾਡੇ ਨਾਲ ਸਾਹਮਣੇ ਦੋ ਐਗਜ਼ਾਮਪਲਸ ਤਾਂ ਹੈਗੀਆਂ ਹੀ, ਬਟ we can never be unsuccessful in life then. Means nothing can bring us down. ਅਸੀਂ mentally sharp ਭਾਵੇਂ ਥੋੜੇ disturb ਹੋ ਸਕਦੇ ਹਾਂ ਕਿ ਨਹੀਂ, this thing did not go as I expected, ਜਾਂ ਉਹ results ਨਹੀਂ ਮਿਲ ਪਾਏ and I could not become that rich, but still I will be successful and I will be really rich someday. ਇਹ ਜਿਹੜੀ ਚੀਜ਼ ਹੈ, I guess this is what we really need to feel rich and satisfied. Yeah, but this thing that you said, I will be really rich someday. So this feeling will get you into a lot of dissatisfaction also. But then if I'm ready to face it and if I'm connected with the one, of course, the supreme self, and ਮੇਰੇ ਕੋਲ ਇੱਕ ਚੰਗੀ guidance ਹੈ, ਇੱਕ ਚੰਗੇ role models ਹੈਗੇ to look up to, then I don't think I'll be failing anytime soon. ਇਹ ਉਸ ਤਰ੍ਹਾਂ ਦੀ ਰਿਚਨੈਸ ਦੀ ਤੁਸੀਂ ਗੱਲ ਕਰ ਸਕਦੇ ਹੋ ਕਿ ਮੈਨੂੰ ਜਦੋਂ ਜਿਸ ਚੀਜ਼ ਦੀ ਲੋੜ ਪਏਗੀ ਉਹ ਆਪੇ ਮਿਲ ਜਾਏਗੀ, ਜੇ ਮੈਂ ਰਾਈਟ ਟਰੈਕ ਤੇ ਹੈਗੀ ਆ ਤੇ। ਰਿਚ ਇਨ ਦੈਟ ਟਰਮਸ ਨਹੀਂ ਕਿ ਬਹੁਤ ਪੈਸਾ ਆ ਜਾਏਗਾ ਸਿਰਫ, ਪਰ ਜਦੋਂ ਜਿੰਨੀ ਜਿਸ ਤਰ੍ਹਾਂ ਦੀ ਮੈਨੂੰ ਜ਼ਰੂਰਤ ਪਏਗੀ, ਜੇ ਮੇਰੇ ਚੰਗੇ ਕਰਮ ਨੇ, ਜੇ ਮੈਂ ਚੰਗੀ ਤਰ੍ਹਾਂ ਆਪਣੀ ਸਾਰੀ ਸ਼ਕਤੀਆਂ ਨੂੰ ਯੂਜ਼ ਕੀਤਾ ਹੈ ਤੇ ਉਹ ਰਾਈਟ ਟਾਈਮ ਤੇ ਮੈਨੂੰ ਹੈਲਪ ਕਰਨਗੇ ਜ਼ਰੂਰ। ਇੱਕ ਛੋਟਾ ਜਿਹਾ ਇਹਦੇ ਤੇ ਇੰਸਟੈਂਸ ਸੁਣਾਨੀ ਹੈ ਕਿ ਕਹਿੰਦੇ ਇੱਕ ਵਾਰੀ ਇੱਕ ਰਾਜਾ ਆਪਣੇ ਸਾਰੇ ਰਾਜ ਦਾ ਚੱਕਰ ਲਗਾ ਰਿਹਾ ਸੀ, ਬਹੁਤ ਮਿਹਨਤ ਕਰਦਾ ਸੀ, ਪ੍ਰਜਾ ਨੂੰ ਸੁਖੀ ਰੱਖਦਾ ਸੀ, ਕੋਈ ਭੁੱਖਾ ਨਹੀਂ, ਕੋਈ ਗਰੀਬ ਨਹੀਂ ਉਹਦੇ ਰਾਜ ਵਿੱਚ। ਉਹਨੇ ਅਚਾਨਕ ਦੇਖਿਆ ਕਿ ਇੱਕ ਪੇੜ ਦੇ ਥੱਲੇ ਇੱਕ ਬੈਗਰ ਬੈਠਾ। ਉਹਨੂੰ ਬੜਾ ਅਜੀਬ ਲੱਗਿਆ ਕਿ ਮੇਰੇ ਰਾਜ ਵਿੱਚ ਇਹ ਬੈਗਰ ਕੌਣ ਹੈ, ਕਿੱਥੋਂ ਆ ਗਿਆ? ਤੇ ਉਹ ਭੇਸ ਬਦਲ ਕੇ ਘੁੰਮ ਰਿਹਾ ਸੀ। ਉਹ ਉਤਰਿਆ ਆਪਣੇ ਘੋੜੇ ਤੋਂ ਤੇ ਉਤਰ ਕੇ ਉਹਨੂੰ ਕਹਿੰਦਾ, ਭਾਈ ਤੈਨੂੰ ਕੀ ਪ੍ਰੋਬਲਮ ਹੈ ਤੇ ਤੂੰ ਕੀ ਕਰਦਾ? ਕਹਿੰਦਾ ਕੀ ਕਰਦਾ, ਮੈਂ ਭੀਖ ਮੰਗਦਾ। ਕੀ ਪ੍ਰੋਬਲਮ ਹੈ? ਪੈਸਾ ਨਹੀਂ ਹੈ, ਨਹੀਂ ਉਹ ਨਹੀਂ, ਬਹੁਤ ਵੱਡੀ ਉਹਨੇ ਲਿਸਟ ਸੁਣਾਤੀ। ਕਹਿੰਦੇ ਅੱਛਾ ਤੇਰੇ ਤੋਂ ਕੁਛ ਵੀ ਨਹੀਂ ਹੈਗਾ ਤੇਰੇ ਕੋਲ? ਕਹਿੰਦਾ ਨਾ ਕੁਛ ਵੀ ਨਹੀਂ ਹੈਗਾ, ਭੁੱਖਾ ਬਿਲਕੁਲ। ਕਹਿੰਦਾ ਇੱਕ ਕੰਮ ਕਰ,
ਤੂੰ ਮੈਨੂੰ ਆਪਣਾ ਇੱਕ ਹੱਥ ਵੱਢ ਕੇ ਦੇ ਦੇ, ਮੈਂ ਤੈਨੂੰ 100 ਸੋਨੇ ਦੀਆਂ ਮੋਹਰਾਂ ਦੇ ਦਿਆਂਗਾ। ਉਹ ਗੁੱਸਾ ਕਰਨ ਲੱਗ ਗਿਆ, ਹੱਥ ਵਢਾ ਕੇ ਤੇਰੇ 100 ਸੋਨੇ ਦੀ ਮੋਹਰਾਂ ਮੈਂ ਕੀ ਕਰਾਂਗਾ, ਮੈਨੂੰ ਨਹੀਂ ਚਾਹੀਦੀਆਂ ਜਾ। ਫਿਰ ਉਹ ਰਾਜਾ ਸਟੇਬਲ ਰਿਹਾ, ਕਹਿੰਦਾ ਤੈਨੂੰ 200 ਸੋਨੇ ਦੀ ਮੋਹਰਾਂ ਦੇਵਾਂਗਾ, ਦੋਨੋਂ ਹੱਥ ਕੱਟ ਕੇ ਦੇ ਦੇ। ਉਹ ਹੋਰ ਗੁੱਸਾ ਕਰਨ ਲੱਗ ਗਿਆ, ਦੋਨੋਂ ਹੱਥ ਕਟਾ ਕੇ ਤੇਰੀ 200 ਸੋਨੇ ਦੀ ਮੋਹਰਾਂ ਮੈਂ ਕੀ ਕਰਨੀ ਹੈ। ਕਹਿੰਦਾ ਹੋਰ ਸੋਚ ਲੈ, ਤੂੰ ਆਪਣੀ ਇੱਕ ਅੱਖ ਕੱਢ ਕੇ ਦੇ ਦੇ, ਮੈਂ ਤੈਨੂੰ ਅੱਧਾ ਰਾਜ ਦੇ ਦਿਆਂਗਾ। ਉਹ ਹੋਰ ਗੁੱਸਾ ਕਰਨ ਲੱਗ ਗਿਆ ਕਿ ਅੱਧਾ ਰਾਜ ਮੈਂ ਕੀ ਕਰਨਾ। ਕਹਿੰਦਾ ਦੋਨੋਂ ਅੱਖਾਂ ਦੇ ਦੇ, ਪੂਰਾ ਰਾਜ ਦੇ ਦਿਆਂਗਾ। ਹੋਰ ਗੁੱਸਾ ਉਹਨੇ ਕਰਨਾ ਹੀ ਸੀ। ਤੇ ਰਾਜਾ ਨੇ ਆਪਣਾ ਭੇਸ ਚੇਂਜ ਕੀਤਾ, ਆਪਣਾ ਵਿਖਾਇਆ, ਕਹਿੰਦਾ ਦੇਖ ਤੂੰ ਕਿੱਦਾਂ ਕਹਿਣਾ ਮੇਰੇ ਕੋਲ ਕੁਝ ਨਹੀਂ, 100 ਸੋਨੇ ਤੋਂ ਮੋਹਰਾਂ ਤੋਂ ਮਹਿੰਗਾ ਤੇਰਾ ਇੱਕ ਹੱਥ ਹੈ, 200 ਮੋਹਰਾਂ ਤੋਂ ਮਹਿੰਗਾ ਤੇਰੇ ਦੋਨੋਂ ਹੱਥ, ਮੇਰੇ ਪੂਰੇ ਰਾਜ ਤੋਂ ਮਹਿੰਗੀਆਂ ਤੇਰੀ ਦੋਨੋਂ ਅੱਖਾਂ। ਠੀਕ ਤਰ੍ਹਾਂ ਨਾਲ ਕੰਮ ਕਰ ਤੇ ਜਾ ਕੇ ਸਾਰੇ ਸਾਧਨ ਤੈਨੂੰ ਮਿਲ ਜਾਣੇ ਆ, ਤੈਨੂੰ ਭੀਖ ਮੰਗਣ ਦੀ ਲੋੜ ਨਹੀਂ। ਰਾਈਟ। ਤੇ ਇਸੇ ਤਰ੍ਹਾਂ ਜੇ ਆਪਣੇ ਮੀਨਸ ਆਪਾਂ ਠੀਕ ਯੂਜ਼ ਕਰੀਏ, ਠੀਕ ਵੈਲਿਊਜ਼, ਠੀਕ ਨੌਲੇਜ, ਰਾਈਟ ਅੰਡਰਸਟੈਂਡਿੰਗ ਯੂਜ਼ ਕਰੀਏ, ਤੇ ਜਿੱਥੇ ਯੂਜ਼ੇਜ ਐਪਰੋਪਰੀਏਟ ਹੈ ਉੱਥੇ ਅੰਦਰ ਦੀ ਰਿਚਨੈਸ ਦੀ ਫੀਲਿੰਗ ਆਪਣੇ ਆਪ ਆ ਜਾਂਦੀ ਹੈ। ਤੇ ਰਾਈਟ ਮੀਨਸ ਜਿੰਨੇ ਜ਼ਿੰਦਗੀ 'ਚ ਚਾਹੀਦੇ ਨੇ ਮਿਲਦੇ ਰਹਿਣਗੇ। ਬੈਂਕ ਭਰੇ ਨਾਲ ਜਾਂ ਫਿਰ ਲੋਕਾਂ ਦੇ ਹਿੱਸੇ ਆਪਣੇ ਵੱਲ ਕਰਨ ਨਾਲ ਕੁਝ ਨਹੀਂ ਮਿਲਦਾ। ਤੁਹਾਡੇ ਵੱਡੇ ਵੱਡੇ ਕਿਤਾਬਾਂ ਲਿਖੀਆਂ ਹੋਣ, ਇੰਨਾ ਤੁਹਾਡੇ ਨਾਂ ਹੈ, ਫਿਰ ਵੀ ਹੋ ਸਕਦਾ ਭੁੱਖੇ ਮਰਦੇ ਹੋਣ, ਬਿਲਕੁਲ ਕੰਜੂਸੀ 'ਚ ਰਹਿੰਦੇ ਹੋਣ, ਪਰ ਜਦੋਂ ਜਿੰਨਾ ਚਾਹੀਦਾ ਹੈ ਉਦੋਂ ਨੇਚਰ ਤੁਹਾਨੂੰ ਦੇਗੀ, ਜੇ ਤੁਸੀਂ ਰਾਈਟ ਟਾਈਮ ਤੇ ਰਾਈਟ ਮੀਨਸ ਯੂਜ਼ ਕਰ ਰਹੇ ਹੋ। ਇੱਕ ਰਾਈਟ ਟਾਈਮ ਤੇ ਮੈਂ ਇਹ ਕਿੱਦਾਂ ਰਿਅਲਾਈਜ਼ ਕਰਾਂ ਕਿ ਰਾਈਟ ਮੀਨਸ ਕਿਹੜੇ ਨੇ ਵਿਚ ਆਈ ਨੀਡ ਟੂ ਯੂਜ਼? ਬਹੁਤ ਸਿੰਪਲ ਜੀ ਗੱਲ ਹੈ, ਸਿਰਫ ਇਸ ਗੱਲ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਰੱਬ ਦਾ ਦਿੱਤਾ ਮੇਰੇ ਕੋਲ ਬਹੁਤ ਕੁਝ ਹੈ, ਸਿਰਫ ਮੈਂ ਉਹਦਾ ਸ਼ੁਕਰੀਆ ਕਰਨਾ ਹੈ ਤੇ ਸ਼ੁਕਰੀਆ ਕਰਕੇ ਸੰਤੁਸ਼ਟ ਰਹਿ ਕੇ ਮੈਂ ਆਪਣੇ ਫਰਜ਼ ਠੀਕ ਪਾਲਨ ਕਰਨੇ ਨੇ। ਬਾਕੀ ਵਕਤ, ਨੇਚਰ ਤੇ ਪਰਮਾਤਮਾ ਆਪਣੇ ਆਪ ਸਭ ਕੁਝ ਮੇਰੇ ਵਾਸਤੇ ਠੀਕ ਕਰਨਗੇ। ਇੱਕ ਨਿੱਕੀ ਜਿਹੀ ਗੱਲ ਹੋਰ ਦੱਸਦੀ ਹਾਂ। ਕਹਿੰਦੇ ਇੱਕ ਭੁੱਖਾ ਤੇ ਨੰਗਾ ਬੱਚਾ ਕਿਤੇ ਖੇਡ ਰਿਹਾ ਸੀ ਜੀ। ਕਿਸੇ ਰਿਚ ਪਰਸਨ ਨੇ ਉਹਨੂੰ ਪੁੱਛਿਆ, ਤੈਨੂੰ ਰੱਬ ਨੇ ਕੁਝ ਨਹੀਂ ਦਿੱਤਾ ਜ਼ਿੰਦਗੀ 'ਚ? ਉਹ ਬੱਚਾ ਮਾਸੂਮੀਅਤ ਨਾਲ ਜਵਾਬ ਦਿੰਦਾ ਹੈ, ਦਿੱਤਾ ਸੀ ਮੇਰੇ ਹਿੱਸੇ ਦਾ ਕਿਸੇ ਹੋਰ ਨੂੰ, ਉਹ ਮੈਨੂੰ ਦੇਣਾ ਭੁੱਲ ਗਿਆ। ਅੱਛਾ। ਕਹਿੰਦਾ ਇਹ ਮਤਲਬ ਹੈ ਉਹਨੂੰ ਫੀਲ ਕਰਾਇਆ ਕਿ ਤੇਰਾ ਫਰਜ਼ ਕੀ ਹੈ। ਆਪਾਂ ਵੰਡ ਖਾਈਏ, ਖੰਡ ਖਾਈਏ, ਜਿੰਨੇ ਵੀ ਮੀਨਸ ਹੈਗੇ ਨੇ ਆਪਾਂ ਠੀਕ ਤਰ੍ਹਾਂ ਨਾਲ ਸ਼ੇਅਰ ਕਰੀਏ, ਠੀਕ ਇਨਸਾਨੀਅਤ ਨਾਲ ਵਰਤਾਵ ਕਰੀਏ, ਤੇ ਇਹ ਵੀ ਅੰਦਰ ਦੀ ਕੰਟੈਂਟਮੈਂਟ ਸਾਨੂੰ ਠੀਕ ਕਰਮ ਕਰਨਾ ਸਿਖਾਉਂਦੀ ਹੈ। ਬਿਲਕੁਲ ਠੀਕ ਵਿਧੀ ਨਾਲ ਜੇ ਆਪਾਂ ਮਿਲ ਕੇ ਪਿਆਰ ਨਾਲ ਰਹੀਏ, ਕਿਸੇ ਦੇ ਹੱਕ ਵੱਲ ਨਜ਼ਰ ਨਾ ਰੱਖੀਏ, ਤੇ ਇਹ ਰਾਈਟ ਅੰਡਰਸਟੈਂਡਿੰਗ ਹੈ ਨਾ ਠੀਕ ਟਾਈਮ ਤੇ ਠੀਕ ਮੀਨਸ ਯੂਜ਼ ਕਰਨ ਦੀ। ਜਦੋਂ ਮੈਨੂੰ ਲੋੜ ਹੋਏਗੀ ਨੇਚਰ ਮੈਨੂੰ ਦੇਗੀ ਵਾਪਸ। ਅੱਜ ਜਿੰਨੇ ਹੈਗੇ ਆ ਵੰਡ ਕੇ ਖਾਈਏ ਜੀ। ਬਟ ਜੇ ਅਸੀਂ ਐਕਚੁਅਲ ਇੱਕ ਪ੍ਰੈਕਟੀਕਲ ਲੈਵਲ ਤੇ ਹੋਰ ਥੋੜਾ ਜਾਈਏ ਤੇ ਇਹ ਵੰਡ ਕੇ ਖਾਣ ਵਾਲੀ ਚੀਜ਼ ਇੰਨੀ ਈਜ਼ੀਲੀ ਅਪਲਾਈ ਨਹੀਂ ਹੋ ਪਾ ਰਹੀ। ਮੀਨਸ ਜਿਹੜੇ ਲੋਕੀ ਤਾਂ ਜਾਗਰੂਕ ਹੈਗੇ ਹੈ ਜਾਂ ਸਪਿਰਿਚੁਅਲਿਟੀ ਨਾਲ ਜੁੜੇ ਹੋਏ ਨੇ, ਦੇ ਆਰ ਮੋਰ ਅਵੇਅਰ ਦੈਟ ਹਾਊ ਟੂ ਸ਼ੇਅਰ ਐਂਡ ਦੇ ਨੋ ਵਟ ਦੇਅਰ ਮੀਨਸ, ਕਿੱਥੇ ਅਪਲਾਈ ਕਰਨੇ ਚਾਹੀਦੇ ਨੇ, ਕਿਸ ਤਰ੍ਹਾਂ ਵੰਡਣੇ ਚਾਹੀਦੇ ਨੇ। ਬਟ ਜਸ ਇਫ ਵੀ ਟਾਕ ਅਬਾਊਟ ਸਮ ਪੀਪਲ ਔਨ ਫੈਮਿਲੀ ਲੈਵਲਸ, ਤਾਂ ਮੈਟਰਸ ਦੇ ਵਿੱਚ ਇੰਨੇ ਜ਼ਿਆਦਾ ਉਹ ਫਸ ਗਏ ਨੇ ਕਿ ਉਹਨਾਂ ਦੇ ਵਿੱਚ ਸਿਰਫ ਫੁੱਟਾਂ ਪੈ ਰਹੀਆਂ ਨੇ। families are being destroyed. In fact, ਪੇਰੈਂਟਸ ਤੇ ਬੱਚਿਆਂ ਦੇ ਰਿਲੇਸ਼ਨਸ਼ਿਪਸ ਵੀ ਬਹੁਤ ਖਰਾਬ ਹੋ ਰਹੇ ਨੇ, ਹਸਬੈਂਡ ਵਾਈਫ ਦੇ ਮੋਨਿਟਰੀ ਟਰਮਸ, ਬਿਕੋਜ਼ ਦੇ ਡੂ ਨਾਟ ਨੋ ਹਾਊ ਟੂ ਸ਼ੇਅਰ। ਤੇਰਾ ਮੇਰਾ ਜ਼ਿਆਦਾ ਹੋ ਰਿਹਾ ਹੈ। ਤੇ ਇੱਕ ਟਾਈਮ ਆ ਜਾਂਦਾ ਕਿ ਨਹੀਂ, ਜੋ ਤੇਰਾ ਉਹ ਵੀ ਤੇਰਾ ਨਹੀਂ, ਸਭ ਮੇਰਾ। ਇਹ ਇੱਕ ਬਹੁਤ ਡਿਫਿਕਲਟ ਸਿਚੁਏਸ਼ਨ ਆ ਗਈ ਹੈ। ਤੇ ਐਸੇ ਰਿਲੇਸ਼ਨਸ਼ਿਪਸ ਜਿਹੜੇ ਇੰਨੇ ਟਰਬਲਸਮ ਹੋ ਗਏ ਨੇ, ਅਸੀਂ ਆਪਣੇ ਅਗਲੇ ਐਪੀਸੋਡ ਵਿੱਚ ਇਸ ਦੇ ਉੱਤੇ ਚਰਚਾ ਕਰਾਂਗੇ। ਸਾਡੇ ਨਾਲ ਪਲੀਜ਼ ਜੁੜੇ ਰਹੋ। ਓਮ ਸ਼ਾਂਤੀ। ਓਮ ਸ਼ਾਂਤੀ। ਅਸੀਂ ਗੱਲ ਕੀਤੀ that how do I feel rich and satisfied, but ਇੱਕ ਪ੍ਰੈਕਟੀਕਲ ਲੈਵਲ ਉੱਤੇ ਅਸੀਂ ਇਸ ਨੂੰ ਕਿਸ ਤਰ੍ਹਾਂ ਲੈ ਕੇ ਚੱਲ ਸਕਦੇ ਹਾਂ, ਤੇ with good means of spirituality ਅਸੀਂ ਕਿਸ ਤਰ੍ਹਾਂ ਇੱਕ ਬਹੁਤ ਹੀ ਚੰਗੀ ਤੇ rich and satisfied ਵਾਲੀ ਫੀਲਿੰਗ ਰੋਜ਼ ਆਪਣੀ ਜ਼ਿੰਦਗੀ ਵਿੱਚ ਲੈ ਕੇ ਆ ਸਕਦੇ ਹਾਂ, ਤੇ ਦੂਜਿਆਂ ਨੂੰ ਵੀ ਹੋਰ ਖੁਸ਼ ਰੱਖ ਸਕਦੇ ਹਾਂ। ਅੱਗੇ ਵੀ ਸਾਡੇ ਨਾਲ ਇਸ ਚਰਚਾ ਵਿੱਚ ਜੁੜੇ ਰਹੋ। ਓਮ ਸ਼ਾਂਤੀ।